ਵਧੀਆ ਚੱਲਦਾ ਸੀ ਜੀ ਪਹਿਲਾਂ ਜਦੋਂ ਮੇਰੇ ਪਤੀ ਸੀਗੇ ਤੇ ਹੁਣ ਬਹੁਤ ਔਖਾ ਹੋਇਆ ਪਿਆ ਜੀ। ਫਿਰ ਵੀ ਮੈਂ ਹਿੰਮਤ ਨਹੀਂ ਹਾਰੀ ਜੀ। ਮੈਂ ਮਾਰੀ ਬੱਚਿਆਂ ਨੂੰ ਆਪ ਪਾ ਰਹੀ ਹਾਂ ਜੀ, ਮਿਹਨਤ ਕਰਕੇ ਵਧੀਆ ਪਾ ਰਹੀ ਹਾਂ ਜੀ। ਕਰੋਨਾ ਵਾਇਰਸ ਕਰਕੇ ਵੀ ਹੁਣ ਮੇਰੇ ਕੰਮ ਵੀ ਰੁਕਿਆ ਜੀ। ਹੁਣ ਮੈਂ ਝਾੜੂ ਪੋਚਾ ਕਰਕੇ ਮੰਡੀ 'ਚ ਵੀ ਮੈਂ ਬੱਚਿਆਂ ਨੂੰ ਪਾਲ ਰਹੀ ਹਾਂ ਜੀ। ਕਰੋਨਾ ਵਾਇਰਸ ਕਰਕੇ ਤੇ ਵੀ ਹੁਣ ਬਹੁਤ ਮੁਸ਼ਕਲ ਆਈ ਜਾਂਦੀ ਹੈ ਜੀ। ਵੀ ਕਮਰੇ ਵਿੱਚ ਸਾਰੇ ਪਾੜ ਗਏ ਜੀ। ਦੋਨੇ ਜਿਹੜੇ ਹੈਗੇ ਸੀਗੇ ਛੱਤ ਸੀ ਸਿਰ ਥੱਲੇ, ਉਹ ਵੀ ਹੁਣ ਜੀ ਐਂ ਲੱਗਦਾ ਗਾ ਵੀ ਕਿਸੇ ਵੇਲੇ ਡਿੱਗ ਨਾ ਜਾਵੇ ਜੀ। ਜਿਹੜੇ ਘਰ ਦੇ ਵਿੱਚ ਰਹਿ ਰਹੇ ਤੁਸੀਂ, ਇਹ ਕਿਹਦਾ ਆਪਣਾ ਤੁਹਾਡਾ ਘਰ ਇਹ? ਨਹੀਂ ਜੀ, ਆਪਣਾ ਨਹੀਂ ਹੈਗਾ ਗਾ, ਇਹ ਵੀ ਪੰਚਾਇਤ ਵਾਲੇ ਹੁਣ ਬਸ ਪੰਚਾਇਤੀ ਹੈ ਜੀ। ਐ ਨਹੀਂ ਪਤਾ ਵੀ ਕਿਹੜੇ ਵੇਲੇ ਕੋਈ ਉਹ ਕਰਦੇ ਜੀ। ਇਹ ਵੀ ਖਾਲੀ ਕਰਾ ਦੇਣ ਜੀ, ਪਤਾ ਹੀ ਨਹੀਂ ਹੈਗਾ ਗਾ ਕੋਈ। ਮੇਰੇ ਬੇਟੇ ਦੀ ਡੈਥ ਹੋ ਗਈ ਜਦੋਂ, ਤੇ ਉਦੋਂ ਜੀ ਹੁਣ ਬਹੁਤ ਮੁਸ਼ਕਲ ਹੋ ਗਈ ਸਾਨੂੰ। ਤੇ ਮੈਨੂੰ ਨੇ ਨਹੀਂ ਹੌਸਲਾ ਹਾਰਿਆ ਵੀ ਉਹ ਸਾਨੂੰ ਪਾਲ ਰਹੀ ਆ ਜੀ। ਨਾ ਸਰਕਾਰੀ ਕੋਈ ਨਹੀਂ ਜੀ, ਪੈਨਸ਼ਨ ਆ ਜੀ, ਉਹਦੇ ਨਾਲ 700 ਨਾਲ ਕੀ ਹੁੰਦਾ ਜੀ। ਮੰਗ ਕੀ ਸਰਕਾਰ ਤੋਂ, ਕੀ ਮੰਗ ਕਰਦੇ? ਮੰਗ ਤਾਂ ਬਸ ਵੀ ਮਦਦ ਕਰਦੇ ਸਰਕਾਰ ਵੀ। ਮੇਰੀਆਂ ਬੱਚੀਆਂ ਮਟਿਆਰਾਂ ਹੁੰਦੀਆਂ ਜਾਂਦੀਆਂ ਜੀ, ਵੀ ਹਾਲਾਤ ਘਰ ਦੇ ਦੇਖ ਕੇ ਉਹਨੂੰ ਵੀ ਪਤਾ ਹੀ ਹੈਗਾ ਕੀ ਹਾਲਾਤ ਹੋਏ ਪਏ ਘਰ ਦੇ। ਵੀ ਆਪ ਵੀ ਮਿਹਨਤ ਕਰਦੇ ਆ ਜੀ, ਫਿਰ ਵੀ ਮਦਦ ਚਾਹੁੰਦੇ ਆ ਜੀ ਵੀ ਸਰਕਾਰ ਵੀ ਮਦਦ ਕਰੇ। ਪਰ ਤਾਂ ਜੀ ਇਹ ਵੀ ਪੰਚਾਇਤ ਤੀਜੇ ਦਿਨ ਕਹਿੰਦੇ ਆ ਵੀ ਇਹ ਤਾਂ ਪੰਚਾਇਤੀ ਹਾਂ ਜੀ। ਤੀਜੇ ਦਿਨ ਸਾਡੇ ਤੇ ਪੁਲਿਸ ਲਿਆ ਦਿੰਦੇ ਆ ਜੀ। ਫਿਰ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਜੀ। ਘਰ ਦੇ ਵਿੱਚ ਪਾਣੀ ਭਰ ਜਾਂਦਾ, ਨੀਵੀਂ ਜਗ੍ਹਾ ਹੋਣ ਕਰਕੇ ਨਾ ਤਾਂ ਹੀ ਕੁਛ ਕਰ ਸਕਦੇ ਆ, ਨਾ ਮਿੱਟੀ ਪਾ ਸਕਦੇ ਆ ਜੀ। ਜਦੋਂ ਕੋਈ ਵੀ ਇੱਥੇ ਕੰਮਕਾਰ ਕਰਦੇ ਆ ਜੀ, ਉਦੋਂ ਮਤਲਬ ਪੁਲਿਸ ਵਾਲਿਆਂ ਨੂੰ ਕਹਿ ਕੇ ਦਸ ਪਰਵਾਹੀ ਜਾਂਦੀ ਹੈ। ਲੜਕੀਆਂ ਵੱਡੀਆਂ ਹੋ ਰਹੀਆਂ ਜੀ, ਖਰਚੇ ਵੱਧ ਰਹੇ ਆ ਜੀ। ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਇਸ ਪਰਿਵਾਰ ਦੀ ਜੀ। ਚਾਰ ਬੇਟੀਆਂ ਗੀਆਂ, ਇੱਕ ਛੋਟਾ ਜਿਹਾ ਬੇਟਾ ਤੇ ਮੈਂ ਇਹਨਾਂ ਨੂੰ ਆਪ ਹੀ ਪਾਲ ਰਹੀ ਹਾਂ। ਮੇਰੇ ਘਰ ਵਾਲੇ ਦੀ ਡੈਥ ਹੋ ਗਈ। ਅਸੀਂ ਬਹੁਤ ਮੁਸ਼ਕਲ ਨਾਲ ਰਹਿ ਰਹੇ ਹਾਂ ਜੀ। ਕਹਿੰਦੇ ਆ ਬੰਦੇ ਨੂੰ ਹਰ ਤਰ੍ਹਾਂ ਦੇ ਹਾਲਾਤਾਂ 'ਚ ਜੀਣ ਦੀ ਆਦਤ ਪਾਣੀ ਚਾਹੀਦੀ ਹੈ ਤੇ ਆਪਣਾ ਮਨੋਬਲ ਮਜ਼ਬੂਤ ਰੱਖਣਾ ਚਾਹੀਦਾ ਹੈ। ਹਾਲਾਤ ਬਦਲਦੇ ਰਹਿੰਦੇ ਆ, ਪਰ ਹਮੇਸ਼ਾ ਉਹ ਜਿਹੇ ਹਾਲਾਤ ਨਹੀਂ ਰਹਿੰਦੇ, ਚਾਹੇ ਉਹ ਮੰਦੀ ਦੇ ਹੋਣ ਤੇ ਚਾਹੇ ਗਰੀਬੀ ਦੇ। ਇੱਕ ਨਾ ਇੱਕ ਦਿਨ ਹਾਲਾਤ ਜ਼ਰੂਰ ਬਦਲਦੇ ਆ। ਅੱਜ ਤੁਹਾਨੂੰ ਇੱਕ ਐਸੇ ਪਰਿਵਾਰ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ, ਜਿਹੜਾ ਪਰਿਵਾਰ ਕਿਸੇ ਵਕਤ ਹੱਸਦਾ ਵਸਦਾ ਸੀ, ਪਰ ਘਰ ਦੇ ਮੋਢੀ ਦੀ ਬਿਮਾਰੀ ਨਾਲ ਮੌਤ ਨੇ ਸਾਰੇ ਘਰ ਨੂੰ ਉਥਲ-ਪੁਥਲ ਕਰ ਦਿੱਤਾ। ਪਰ ਉਸ ਘਰ ਦੀ ਮਹਿਲਾ ਕੁਲਵਿੰਦਰ ਕੌਰ ਅੱਜ ਇੱਕ ਮਿਸਾਲ ਕਾਇਮ ਕਰ ਰਹੀ ਹੈ। ਪਤੀ ਦੀ ਮੌਤ ਤੋਂ ਬਾਅਦ ਹਿੰਮਤ ਨਾ ਹਾਰ ਕੇ ਆਪਣੀਆਂ 4 ਬੱਚੀਆਂ ਤੇ ਆਪਣੀ ਵਿਰਧ ਸੱਸ ਦਾ ਜਿਹੜਾ ਦੇਖਭਾਲ ਕਰ ਰਹੀ ਹੈ। ਇੱਕ ਛੋਟਾ ਜਿਹਾ ਮੁੰਡਾ ਵੀ ਹੈ। ਅੱਜ ਤੁਹਾਨੂੰ ਮਿਲਵਾਉਂਦੇ ਆ ਕੁਲਵਿੰਦਰ ਕੌਰ ਨਾਲ, ਜਿਹੜੇ ਕਾਫੀ ਮੰਦੀ ਦੇ ਹਾਲਾਤ 'ਚੋਂ ਗੁਜ਼ਰਨ ਦੇ ਬਾਵਜੂਦ ਵੀ ਉਹਨਾਂ ਦਾ ਜਿਹੜਾ ਮਨੋਬਲ ਹੈ ਨਹੀਂ ਟੁੱਟਿਆ। ਹਾਲਾਤਾਂ ਨੇ ਐਸੀ ਦਿੱਕਤਾਂ ਖੜੀਆਂ ਕੀਤੀਆਂ ਕਿ ਅੱਜ ਉਹ ਸਰਕਾਰ ਤੋਂ ਮਦਦ ਦੀ ਉਮੀਦ ਕਰ ਰਹੀ ਹੈ। ਸਭ ਤੋਂ ਪਹਿਲਾਂ ਕੁਲਵਿੰਦਰ ਕੌਰ ਜੀ ਨਾਲ ਗੱਲ ਕਰਦੇ ਹਾਂ। ਕੁਲਵਿੰਦਰ ਕੌਰ ਜੀ, ਤੁਹਾਡੇ ਹਸਬੈਂਡ ਦੀ ਮੌਤ ਕਦੋਂ ਹੋਈ ਸੀ, ਕਿਸ ਕਾਰਨ ਹੋਈ ਸੀ? ਮੇਰੇ ਹਸਬੈਂਡ ਦੀ ਮੌਤ ਹੀ ਬਿਮਾਰੀ ਨਾਲ ਹੋਈ ਸੀ। ਲੱਤਾਂ ਦੋਨੇ ਖਰਾਬ ਹੋ ਗਈਆਂ ਸੀ ਤੇ ਉਹਨਾਂ ਦਾ ਬਹੁਤ ਚਿਰ ਇਲਾਜ ਚੱਲ ਰਿਹਾ ਸੀ ਜੀ। 5 ਸਾਲ ਇਲਾਜ ਚੱਲਿਆ ਜੀ। ਬਹੁਤ ਅਸੀਂ ਉਹ ਕੀਤੀ ਇਲਾਜ ਕਰਾਉਣ ਦੀ, ਤੇ ਪਰ ਉਹਦੇ ਕਰਮ ਉਹਨਾਂ ਨੇ ਸਾਥ ਨਹੀਂ ਦਿੱਤਾ ਜੀ। ਉਹਨਾਂ ਦੀ ਡੈਥ ਹੋ ਗਈ ਜੀ। ਫਿਰ ਮੇਰੀਆਂ 4 ਬੇਟੀਆਂ ਜੀ, ਇੱਕ ਬੇਟਾ ਜੀ, ਇੱਕ ਮੇਰੀ ਸੱਸ ਜੀ। ਉਹਨਾਂ ਦਾ ਮੈਂ ਆਪ ਵੀ ਪਾਲ ਦਿੰਦੀ ਹਾਂ ਜੀ। ਮੈਂ ਕੰਮ ਕਰਕੇ, ਮਿਹਨਤ ਕਰਕੇ ਜੀ, ਪੋਚੇ ਲਾ ਕੇ ਮੈਂ ਮੰਡੀ 'ਚ ਮੈਂ ਬੱਚਿਆਂ ਨੂੰ ਪਾਲ ਰਹੀ ਹਾਂ ਜੀ। ਮੇਰੀਆਂ ਬੇਟੀਆਂ ਪੜ੍ਹ ਰਹੀਆਂ ਜੀ, ਮੈਂ ਇਹਨਾਂ ਨੂੰ ਪਾਲ ਰਹੀ ਹਾਂ। ਤੇ ਵਧੀਆ ਜੀ, ਵਧੀਆ ਚੱਲਦਾ ਸੀ ਜੀ ਪਹਿਲਾਂ ਜਦੋਂ ਮੇਰੇ ਪਤੀ ਸੀਗੇ, ਤੇ ਹੁਣ ਬਹੁਤ ਔਖਾ ਹੋਇਆ ਪਿਆ ਜੀ। ਫਿਰ ਵੀ ਮੈਂ ਹਿੰਮਤ ਨਹੀਂ ਹਾਰੀ ਜੀ। ਮੈਂ ਮਾਰੀ ਬੱਚਿਆਂ ਨੂੰ ਆਪ ਪਾ ਰਹੀ ਹਾਂ ਜੀ, ਮਿਹਨਤ ਕਰਕੇ ਵਧੀਆ
ਪਾਲ ਰਹੀ ਹਾਂ ਜੀ। ਕਰੋਨਾ ਵਾਇਰਸ ਕਰਕੇ ਵੀ ਹੁਣ ਮੇਰੇ ਕੰਮ ਵੀ ਰੁਕਿਆ ਜੀ। ਹੁਣ ਮੈਂ ਝਾੜੂ ਪੋਚਾ ਕਰਕੇ ਮੰਡੀ 'ਚ ਵੀ ਮੈਂ ਬੱਚਿਆਂ ਨੂੰ ਪਾਲ ਰਹੀ ਹਾਂ ਜੀ। ਅਸੀਂ ਵੀ ਪਹਿਲਾਂ ਜਦੋਂ ਤੁਹਾਡੇ ਹਸਬੰਡ ਦੀ 3 ਸਾਲ ਪਹਿਲਾਂ 18 ਚ ਮੌਤ ਹੋਈ ਸੀ 2018 ਚ, ਉਹ ਕੀ ਕਰਦੇ ਸੀ ਉਹ ਨਲਕਿਆਂ ਦਾ ਕੰਮ ਕਰਦੇ ਸੀ, ਬੋਰਾਂ ਦਾ ਜੀ। ਵਧੀਆ ਕੰਮ ਚੱਲਦਾ ਸੀ ਜੀ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀ। ਵਧੀਆ ਹੱਸਦੇ ਖੇਡਦਾ ਪਰਿਵਾਰ ਸੀ ਜੀ। ਵੀ ਉਹਨਾਂ ਦੀ ਡੈਥ ਹੋ ਗਈ, ਫਿਰ ਉਦੋਂ ਬਾਅਦ ਜੀ ਵੀ ਕੋਈ ਵੀ ਨਹੀਂ ਰਿਹਾ ਘਰੇ ਕਮਾਉਣ ਵਾਲਾ ਜੀ। ਮੈਂ ਆਪਦੀਆਂ ਬੱਚਿਆਂ ਨੂੰ ਫਿਰ ਵੀ ਆਪ ਪਾਲਿਆ ਜੀ। ਬਹੁਤ ਮੁਸ਼ਕਲਾਂ ਨਾਲ, ਜੀਣ ਦਾ ਤਾਂ ਕੋਈ ਸਹਾਰਾ ਨਹੀਂ ਸੀ ਜੀ। ਫਿਰ ਵੀ ਜੀ ਹਿੰਮਤ ਕਰਕੇ ਮੈਂ ਆਪਦੀਆਂ ਬੱਚਿਆਂ ਨੂੰ ਆਪ ਖੁਦ ਪਾਲ ਰਹੀ ਹਾਂ ਜੀ। ਕਰੋਨਾ ਵਾਇਰਸ ਕਰਕੇ ਤੇ ਵੀ ਹੁਣ ਬਹੁਤ ਮੁਸ਼ਕਲ ਆਈ ਜਾਂਦੀ ਹੈ ਜੀ। ਵੀ ਕਮਰੇ ਵਿੱਚ ਸਾਰੇ ਪਾਟ ਗਏ ਜੀ। ਦੋਨੇ ਜਿਹੜੇ ਹੈਗੇ ਸੀਗੇ ਛੱਤ ਸੀ ਸਿਰ ਥੱਲੇ, ਉਹ ਵੀ ਹੁਣ ਜੀ ਐਂ ਲੱਗਦਾਗਾ ਵੀ ਕਿਸੇ ਵੇਲੇ ਡਿੱਗ ਨਾ ਜਾਵੇ ਜੀ। ਤੇ ਬਹੁਤ ਔਖਾ ਹੋਇਆ ਪਿਆ ਜੀ ਹੁਣ। ਤੇ ਜਿਹੜੀਆਂ ਬੱਚੀਆਂ ਤੁਹਾਡੀਆਂ ਚਾਰੇ ਬੱਚੀਆਂ ਪੜ੍ਹਦੀਆਂ, ਬੱਚਾ ਵੀ ਪੜ੍ਹਦਾ, ਇਹ ਸਾਰਾ ਖਰਚਾ ਫਿਰ ਤੁਸੀਂ ਆਪ ਹੀ ਕਰਦੇ ਹੋ? ਹਾਂਜੀ, ਆਪ ਹੀ ਕਰਦੇ ਆ ਜੀ ਸਾਰਾ ਖਰਚਾ। ਮੇਰੀਆਂ ਬੱਚੀਆਂ ਪੜ੍ਹਦੀਆਂ ਜੀ, ਉਹਨਾਂ ਨੂੰ ਕੱਪੜੇ ਲੀੜੇ ਦੀ ਲੋੜ ਆ ਜੀ। 3 ਸਾਲ ਹੋ ਗਏ ਮੈਂ ਆਪ ਹੀ ਮਿਹਨਤ ਕਰਕੇ ਜੀ ਆਪਦੇ ਬੱਚਿਆਂ ਨੂੰ ਆਪ ਹੀ ਪਾਲਦੀ ਆ ਜੀ। ਕਰੋਨਾ ਦੇ ਵਾਇਰਸ ਦੇ ਦੌਰਾਨ, ਉਸ ਤੋਂ ਪਹਿਲਾਂ ਜਦੋਂ ਉਦੋਂ ਕੀ ਕੰਮ ਕਰਦੇ? ਪੈਲਸ 'ਚ ਵੀ ਕੋਈ ਕੰਮ ਕਰਦੇ ਤੁਸੀਂ ਪਹਿਲਾਂ? ਹਾਂਜੀ, ਪਹਿਲਾਂ ਮੈਂ ਕੰਮ ਕਰਦੀ ਵਿਆਹ ਸ਼ਾਦੀਆਂ 'ਚ ਜੀ, ਪੈਲਸ 'ਚ ਰੋਟੀ ਬਣਾਉਣ ਤੇ ਵਗ ਜਾਂਦੀ ਸੀ ਜੀ। ਹੁਣ ਬਸ ਕਰੋਨਾ ਵਾਇਰਸ ਕਰਕੇ ਉਹਨਾਂ ਦਾ ਵੀ ਕੰਮ ਨਹੀਂ ਚੱਲ ਰਿਹਾ ਜੀ, ਬੰਦ ਹੋ ਗਿਆ ਜੀ। ਹੁਣ ਮੈਂ ਮੰਡੀ 'ਚ ਲੱਗੀ ਹਾਂ ਜੀ, ਬਹੁਤ ਮੁਸ਼ਕਲ ਆਈ ਪਈ ਹੈ ਜੀ। ਮੰਡੀ 'ਚ ਲੱਗੀ ਹਾਂ ਜੀ, ਮੰਡੀ 'ਚ ਝਾੜੂ ਪੋਚਾ ਕਰਕੇ ਮੈਂ ਆਪਦੇ ਬੱਚਿਆਂ ਨੂੰ ਪਾਲ ਰਹੀ ਹਾਂ ਜੀ। ਬਿਲਕੁਲ, ਤੁਹਾਡਾ ਬਹੁਤ ਤੁਸੀਂ ਮਿਹਨਤ ਕਰ ਰਹੇ ਹੋ, ਕਿਉਂਕਿ ਇਸ ਵਾਇਰਸ ਕਰਕੇ ਬਹੁਤਾਂ ਦੇ ਨੁਕਸਾਨ ਹੋਇਆ। ਜਦੋਂ ਇਹ ਪੈਲਸ 'ਤੇ ਕੰਮ ਚੱਲਦਾ ਸੀ ਉਦੋਂ ਠੀਕ ਸੀ ਤੁਹਾਡਾ ਕਾਰੋਬਾਰ? ਹਾਂਜੀ, ਉਦੋਂ ਠੀਕ ਸੀ ਜੀ। ਹੁਣ ਬਹੁਤ ਮੁਸ਼ਕਲ ਆਈ ਪਈ ਹੈ ਜੀ। ਹੁਣ ਬਸ ਝਾੜੂ ਪੋਚਾ ਕਰਕੇ ਜੀ ਬੱਚਿਆਂ ਨੂੰ ਪਾਲ ਰਹੇ ਹਾਂ ਜੀ। ਫਿਰ ਵੀ ਬਹੁਤ ਮੁਸ਼ਕਲ ਆਈ ਜਾਂਦੀ ਹੈ ਜੀ। ਸਾਰਾ ਦਿਨ ਕੰਮ ਕਰੀ ਜਾਂਦੇ ਜੀ, ਫਿਰ ਵੀ ਚੱਲ ਆਪ ਹਿੰਮਤ ਨਹੀਂ ਹਾਰਦੇ ਜੀ, ਵੀ ਬੱਚਿਆਂ ਨੂੰ ਪਾਲ ਰਹੇ ਹਾਂ ਜੀ। ਇਹ ਮਾਤਾ ਜੀ ਬਜ਼ੁਰਗ ਨੇ, ਇਹਨਾਂ ਦਾ ਵੀ ਸਾਰਾ ਧਿਆਨ ਤੁਸੀਂ ਰੱਖਦੇ ਹੋ ਘਰੇ? ਹਾਂਜੀ ਹਾਂਜੀ, ਮੰਮੀ ਦਾ ਵੀ ਧਿਆਨ ਵੀ ਮੈਂ ਹੀ ਰੱਖਣਾ ਜੀ। ਹੋਰ ਕੌਣ ਹੈ ਜੀ ਇਹਨਾਂ ਦਾ? ਕਹਿੰਦੇ ਹੁੰਦੇ ਸਹਾਰਾ ਜਿਹੜਾ ਹੈਗਾ ਸੀ ਉਹ ਤਾਂ ਜੀ ਰੱਬ ਨੇ ਖੋਲਿਆ। ਹੁਣ ਆਪ ਹੀ ਕਰਕੇ ਆਪ ਹੀ ਪਾਲਣਾ ਜੀ। ਇਹਨਾਂ ਨੂੰ ਵੀ ਕਿਸੇ ਦਾ ਸਹਾਰਾ ਨਹੀਂ ਹੈਗਾ, ਆਪ ਦੀ ਸਹਾਰਾ ਜੀ। ਜੇ ਆਪ ਤੁਰੇ ਫਿਰਦੇ ਆ ਤਾਂ ਜੇ ਠੀਕ ਆ ਜੀ, ਵਧੀਆ। ਚੱਲ ਇਹ ਵੀ ਪੂਰਾ ਸਾਥ ਦਿੰਦੇ ਆ ਜੀ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਸਾਥ ਨਾ ਦੇਣ। ਬੱਚਿਆਂ ਨੂੰ ਘਰੇ ਸਾਂਭੀ ਜਾਂਦੇ ਆ ਜੀ। ਮੈਂ ਸਾਰਾ ਕੰਮ ਕਰੀ ਜਾਂਦੀ ਹਾਂ ਜੀ, ਬੱਚਿਆਂ ਨੂੰ ਪਾਲਦੀ ਹਾਂ। ਯਾਨੀ ਤੁਸੀਂ, ਤੁਹਾਡਾ ਇਹ ਕਹਿਣਾ ਕਿ ਬੇਸ਼ੱਕ ਪਤੀ ਤੁਹਾਡੀ ਦੀ ਮੌਤ ਹੋ ਗਈ ਹੈ, ਬੜਾ ਦੁਖਦਾਈ ਵਕਤ ਤੁਸੀਂ ਕੱਢਿਆ, ਉਹ ਵਕਤ ਤਾਂ ਖੈਰ ਨਹੀਂ ਭੁੱਲਣ ਵਾਲਾ, ਪਰ ਬੱਚਿਆਂ ਨੂੰ ਦੇਖਦੇ ਹੋ ਤੁਸੀਂ ਆਪਣਾ ਜਜ਼ਬਾ ਜਿਹੜਾ ਉਹਨੂੰ ਕਾਇਮ ਰੱਖਿਆ ਤੇ ਮਿਹਨਤ ਕਰਨਾ ਸ਼ੁਰੂ ਕੀਤੀ, ਤਾਂ ਇਹਨਾਂ ਦਾ ਪਾਲਣ ਪੋਸ਼ਣ ਤੁਸੀਂ ਆਪ ਕਰ ਰਹੇ ਹੋ। ਹਾਂਜੀ, ਬੱਚਿਆਂ ਨੂੰ ਫਿਰ ਹੋਰ ਕੌਣ ਪਾਲੂਗਾ ਜੀ? ਕੋਈ ਸਹਾਰਾ ਹੀ ਨਹੀਂ ਹੈਗਾ ਜਦੋਂ। ਫਿਰ ਬੱਚਿਆਂ ਨੂੰ ਤਾਂ ਆਪ ਨਹੀਂ ਪਾਲਣਾ ਜੀ। ਹੁਣ ਫਿਰ ਉਹ ਤਾਂ ਰੱਬ ਦੀ ਕੀਤੀ ਸੀ, ਉਹ ਆਪਣਾ ਕਿਹੜਾ ਕੋਈ ਜ਼ੋਰ ਸੀਗਾ ਜੀ ਉਹਦੇ ਤੇ। ਕੋਈ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਮਦਦ ਵਗੈਰਾ ਮਿਲੀ ਤੁਹਾਨੂੰ? ਨਹੀਂ ਜੀ, ਸਰਕਾਰੀ ਮਦਦ ਤਾਂ ਕੋਈ ਨਹੀਂ ਮਿਲੀ। ਬਸ ਆਹੀ ਰਾਸ਼ਨ। ਜਿਹੜੇ ਘਰ ਦੇ ਵਿੱਚ ਰਹਿ ਰਹੇ ਤੁਸੀਂ, ਇਹ ਕਿਹਦਾ ਆਪਣਾ ਤੁਹਾਡਾ ਘਰ? ਇਹ ਨਹੀਂ ਜੀ, ਆਪਣਾ ਨਹੀਂ ਹੈਗਾ ਗਾ। ਇਹ ਵੀ ਪੰਚਾਇਤ ਵਾਲੇ, ਹੁਣ ਬਸ ਪੰਚਾਇਤੀ ਹੈ ਜੀ। ਐ ਨਹੀਂ ਪਤਾ ਵੀ ਕਿਹੜੇ ਵੇਲੇ ਕੋਈ ਉਹ ਕਰਦੇ ਜੀ। ਇਹ ਵੀ ਖਾਲੀ ਕਰਾ ਦੇਣ ਜੀ, ਪਤਾ ਹੀ ਨਹੀਂ ਹੈਗਾ ਗਾ ਕੋਈ ਵੀ। ਬਹੁਤ ਮੁਸ਼ਕਲ ਆਈਆਂ ਪਈਆਂ ਜੀ। ਮੰਗ ਕੀ ਹੈ ਸਰਕਾਰ ਤੋਂ? ਕੀ ਮੰਗ ਕਰਦੇ? ਮੰਗ ਤਾਂ ਬਸ ਵੀ ਮਦਦ ਕਰਦੇ ਸਰਕਾਰ ਵੀ। ਮੇਰੀਆਂ ਬੱਚੀਆਂ ਮਟਿਆਰਾਂ ਹੁੰਦੀਆਂ ਜਾਂਦੀਆਂ ਜੀ, ਵੀ ਹਾਲਾਤ ਘਰ ਦੇ ਦੇਖ ਕੇ ਉਹਨੂੰ ਵੀ ਪਤਾ ਹੀ ਹੈਗਾ ਕੀ ਹਾਲਾਤ ਹੋਏ ਪਏ ਘਰ ਦੇ। ਵੀ ਆਪ ਵੀ ਮਿਹਨਤ ਕਰਦੇ ਆ ਜੀ, ਫਿਰ ਵੀ ਮਦਦ ਚਾਹੁੰਦੇ ਆ ਜੀ, ਵੀ ਸਰਕਾਰ ਵੀ ਮਦਦ ਕਰੇ ਜੀ। ਜੀ ਬਿਲਕੁਲ, ਕੁਲਵਿੰਦਰ ਕੌਰ ਜੀ ਬਹੁਤ ਮਿਹਨਤ ਕਰ ਰਹੇ ਆ। ਇਹਨਾਂ ਦੇ ਬਜ਼ੁਰਗ ਨੇ, ਸੱਸ ਨਾਲ ਗੱਲ ਕਰਦੇ ਆ। ਮਾਤਾ ਜੀ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਂ ਛਿੰਦਰ ਕੌਰ ਆ ਜੀ। ਮਾਤਾ ਜੀ, ਬੜੀ ਮੁਸ਼ਕਲਾਂ ਦੇ ਵਿੱਚ ਤੁਹਾਡਾ ਪਰਿਵਾਰ ਜਿਹੜਾ ਹੈ ਉਹ ਗੁਜ਼ਾਰਾ ਕਰ ਰਿਹਾ ਹੈ। ਤੁਹਾਡੇ ਪੁੱਤ ਦੀ ਮੌਤ ਤੋਂ ਬਾਅਦ ਤੁਹਾਡੀ ਨੂੰਹ ਨੇ ਬਹੁਤ ਮਿਹਨਤ ਕੀਤੀ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਮੇਰੇ ਬੇਟੇ ਦੀ ਡੈਥ ਹੋ ਗਈ ਜਦੋਂ, ਤੇ ਉਦੋਂ ਜੀ ਹੁਣ ਬਹੁਤ ਮੁਸ਼ਕਲ ਹੋ ਗਏ ਸਾਨੂੰ। ਤੇ ਮੈਨੂੰ ਨੇ ਨਹੀਂ ਹੌਸਲਾ ਹਾਰਿਆ ਵੀ ਉਹ ਸਾਨੂੰ ਪਾਲ ਰਹੀ ਆ ਜੀ, ਵੀ ਬਹੁਤ ਉਹ ਕਰ ਰਹੀ ਆ ਜੀ। ਤੇ ਇਸੇ ਕਰਕੇ ਜੀ ਵੀ ਬਹੁਤ ਦੁਖੀ ਆ ਜੀ ਅਸੀਂ। ਸਰਕਾਰੀ ਮਦਦ ਮਿਲੀ ਤੁਹਾਨੂੰ? ਨਾ ਜੀ, ਸਰਕਾਰੀ ਕੋਈ ਨਹੀਂ ਜੀ। ਪੈਨਸ਼ਨ ਆ ਜੀ, ਉਹਦੇ ਨਾਲ 700 ਨਾਲ ਕੀ ਹੁੰਦਾ ਜੀ। ਘਰ ਤਾਂ ਜੀ ਇਹ ਵੀ ਪੰਚਾਇਤ ਤੀਜੇ ਦਿਨ ਕਹਿ ਦਿੰਦੇ ਆ ਵੀ ਇਹ ਤਾਂ ਪੰਚਾਇਤੀ। ਹਾਂਜੀ, ਤੀਜੇ ਦਿਨ ਸਾਡੇ ਤੇ ਪੁਲਿਸ ਲਿਆ ਦਿੰਦੇ ਆ ਜੀ। ਫਿਰ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਜੀ? ਐਂ ਦੱਸੋ ਸਾਨੂੰ ਜੀ। ਵੀ ਮਕਾਨ ਸਾਡਾ ਪਾਟਿਆ ਪਿਆ ਜੀ, ਵੀ ਸਾਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲ ਜੇ ਜੀ। ਬਿਲਕੁਲ, ਪੰਚਾਇਤੀ ਜ਼ਮੀਨ ਹੈਗੀ ਹੈ ਤੇ ਬਜ਼ੁਰਗ ਨੇ ਸਾਡੇ ਨਾਲ ਇਸ ਪਿੰਡ ਦੇ, ਉਹਨਾਂ ਨਾਲ ਗੱਲ ਕਰਦੇ ਆ ਬਜ਼ੁਰਗਾਂ ਨਾਲ। ਕਾਫੀ ਪੁਰਾਣਾ ਪਰਿਵਾਰ ਹੈ ਜੀ ਇੱਥੇ ਜਿਹੜਾ ਤੁਹਾਡਾ ਬੈਠਾ ਹੋਇਆ ਹੈ। 1947 ਤੋਂ ਪਹਿਲਾਂ ਦੇ ਤੁਸੀਂ ਇੱਥੋਂ? ਤੋਂ ਪਹਿਲਾਂ ਦੇ ਰਹਿ ਰਹੇ ਆ ਜੀ। ਪਹਿਲਾਂ ਬਜ਼ੁਰਗ ਰਹੇ ਸੀ, ਖੂਹਾਂ ਤੇ ਪਾਣੀ ਕੱਢ ਕੇ
ਲੋਕਾਂ ਨੂੰ ਮਤਲਬ ਪਾਣੀ ਕੱਢ ਕੇ ਪਿਆਉਂਦੇ ਸੀਗੇ ਜੀ। ਇਹਨਾਂ ਦੇ ਜੀ ਪਹਿਲਾਂ ਤਾਂ ਮੇਰੇ ਚਾਚਾ ਜੀ ਸੀਗੇ ਜੀ, ਹੈਂਡੀਕੈਪਟ ਸੀਗੇ ਜੀ, ਉਹਨਾਂ ਦੀ ਅਚਾਨਕ ਹੀ ਮੌਤ ਹੋ ਗਈ ਸੀ ਜੀ ਅਧਰੰਗ ਹੋਣ ਕਰਕੇ। ਉਸ ਤੋਂ ਬਾਅਦ ਫਿਰ ਬੇਟੇ ਪਰਮਜੀਤ ਸਿੰਘ ਦੀ ਡੈਥ ਹੋ ਗਈ ਜੀ। ਉਹਨਾਂ ਨੂੰ ਇਨਫੈਕਸ਼ਨ ਹੋ ਗਈ ਸੀਗੀ ਜੀ, ਪਹਿਲਾਂ ਲੱਤ ਕੱਟਣੀ ਪਈ, ਫਿਰ ਗੋਡਾ ਕੱਟਣਾ ਪਿਆ ਜੀ, ਫਿਰ ਦੂਸਰੀ ਲੱਤ ਨੂੰ ਹੋ ਗਈ ਜੀ। ਜਦੋਂ ਉਹਨਾਂ ਨੂੰ ਫਰੀਦਕੋਟ ਦਾਖਲ ਕਰਵਾਇਆ ਜੀ, ਉੱਥੇ ਜਾ ਕੇ ਉਹਨਾਂ ਦੀ ਡੈਥ ਹੋ ਗਈ ਜੀ। ਤੇ ਹੁਣ ਇਹ ਸਾਰਾ ਜਿਹੜਾ ਘਰ ਹੈਗਾ ਹੈ, ਬੀਬੀ ਖੁਦ ਕੁਲਵਿੰਦਰ ਕੌਰ ਹੀ ਚਲਾ ਰਹੇ ਆ, ਆਪਣੀ ਮਿਹਨਤ ਕਰ ਰਹੇ ਹੁਣ ਉਹਨਾਂ ਦੀ ਪਤਨੀ ਕੁਲਵਿੰਦਰ ਕੌਰ ਹੀ ਸਾਰੇ ਪਰਿਵਾਰ ਦਾ ਮਤਲਬ ਪਾਲਣ ਪੋਸ਼ਣ ਕਰ ਰਹੀ ਆ, ਮਿਹਨਤ ਕਰਕੇ ਪਾਲ ਰਹੀ ਆ ਜੀ। ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੱਪੜੇ ਧੋਣ ਦਾ ਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ ਜੀ। ਇਸ ਤੋਂ ਪਹਿਲਾਂ ਕਰੋਨਾ ਤੋਂ ਪਹਿਲਾਂ ਜੀ ਪੈਲਸਾਂ ਦੇ ਵਿੱਚ ਜਾ ਕੇ ਰੋਟੀ ਰਾਟੀ ਦਾ ਕੰਮ ਕਰਦੀ ਸੀਗੀ ਜੀ, ਆਪਦਾ ਗੁਜ਼ਾਰਾ ਕਰਦੇ ਸੀ ਜੀ ਤੇ ਬੱਚਿਆਂ ਨੂੰ ਪਾਲਦੇ ਜੀ। ਸਰਕਾਰ ਵੱਲੋਂ ਕੋਈ ਮਦਦ ਨਹੀਂ ਜੀ। ਘਰ ਵੀ ਖਾਲੀ ਕਰਾ ਰਹੇ ਹਾਂਜੀ, ਹੁਣ ਇਹ ਕੇਸ ਕਰ ਰੱਖਿਆ ਜੀ ਇਸ ਜਗ੍ਹਾ ਦੇ ਉੱਪਰ 18 ਕਨਾਲਾਂ 7 ਮਰਲੇ ਦਾ ਕੇਸ ਆ ਜੀ, ਜੋ ਕਿ ਇਸ ਪਰਿਵਾਰ ਕੋਲੇ ਜਗ੍ਹਾ ਬਹੁਤ ਥੋੜੀ ਆ, ਉਹ ਵੀ ਪੰਚਾਇਤੀ ਆ ਜੀ, ਉਹਦੇ ਵਿੱਚ ਬੈਠੇ ਆ। ਪੁਲਿਸ ਵਾਰ-ਵਾਰ ਆਉਂਦੀ ਆ ਜੀ, ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਆ। ਘਰ ਦੇ ਵਿੱਚ ਪਾਣੀ ਭਰ ਜਾਂਦਾ, ਨੀਵੀਂ ਜਗ੍ਹਾ ਹੋਣ ਕਰਕੇ ਨਾ ਤਾਂ ਹੀ ਕੁਛ ਕਰ ਸਕਦੇ ਆ, ਨਾ ਮਿੱਟੀ ਪਾ ਸਕਦੇ ਆ ਜੀ। ਜਦੋਂ ਕੋਈ ਵੀ ਇੱਥੇ ਕੰਮਕਾਰ ਕਰਦੇ ਆ ਜੀ, ਉਦੋਂ ਮਤਲਬ ਪੁਲਿਸ ਵਾਲਿਆਂ ਨੂੰ ਕਹਿ ਕੇ 10 ਪਰਵਾਹੀ ਜਾਂਦੀ ਆ ਜੀ। ਲੱਗਦਾ ਤੁਹਾਨੂੰ ਕਿ ਸਰਕਾਰ ਨੂੰ ਮਦਦ ਕਰਨੀ ਚਾਹੀਦੀ, ਕਿਉਂਕਿ ਬੱਚੀਆਂ ਵੱਡੀਆਂ ਹੋ ਰਹੀਆਂ, ਪੜ੍ਹਾਈ ਦਾ ਖਰਚਾ ਸਰਕਾਰ ਨੂੰ ਚਾਹੀਦਾ। ਬਾਕੀ ਐ ਜੀ ਲੜਕੀਆਂ ਵੱਡੀਆਂ ਹੋ ਰਹੀਆਂ ਜੀ, ਖਰਚੇ ਵੱਧ ਰਹੇ ਆ ਜੀ, ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਇਸ ਪਰਿਵਾਰ ਦੀ ਜੀ। ਜੀ ਬਿਲਕੁਲ, ਇਹ ਕੁਲਵਿੰਦਰ ਕੌਰ ਜਿਨ੍ਹਾਂ ਦੀ ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਹਾਂ, ਬਹੁਤ ਹੀ ਮਿਹਨਤ ਕਰ ਰਹੇ ਆ, ਪਰ ਹਾਲਤ ਕਰੋਨਾ ਵਾਇਰਸ ਕਰਕੇ ਇਸ ਤਰੀਕੇ ਨਾਲ ਬਦਲੇ ਕਿ ਅੱਜ ਇਹਨਾਂ ਕੋਲੇ ਆਪਣੇ ਬੱਚਿਆਂ ਨੂੰ ਪਾਲਣ ਦਾ, ਖੁਦ ਗੁਜ਼ਾਰਾ ਕਰਨ ਦਾ ਜਿਹੜਾ ਮੁਸ਼ਕਲ ਹੋ ਗਿਆ। ਕਿਉਂਕਿ ਕਰੋਨਾ ਵਾਇਰਸ ਕਰਕੇ ਜਿਹੜੇ ਪੈਲਸ ਬੰਦ ਹੈ, ਜਿੱਥੇ ਕੰਮ ਕਰਦੇ ਸੀ, ਮਿਹਨਤ ਕਰਦੇ ਸੀ, ਹਿੰਮਤ ਨਹੀਂ ਹਾਰੀ। ਪਤੀ ਦੀ ਮੌਤ ਤੋਂ ਬਾਅਦ ਵੀ ਹਿੰਮਤ ਰੱਖੀ, ਪਰਿਵਾਰ ਨੂੰ ਕਿਤੇ ਨਾ ਕਿਤੇ ਸਹਾਰਾ ਬਣੇ ਆ ਕੁਲਵਿੰਦਰ ਕੌਰ, ਤੇ ਉਮੀਦ ਕਰ ਰਿਹਾ ਸਰਕਾਰ ਇਹਨਾਂ ਦੀ ਇਹ ਮਦਦ ਜ਼ਰੂਰ ਕਰੇਗੀ। ਤੇ ਜਿਹੜੀ ਇਹ ਜਗ੍ਹਾ ਹੈਗੀ ਹੈ, ਜਿਹੜੀ ਪੰਚਾਇਤੀ ਜ਼ਮੀਨ ਹੈ, ਇਹਨੂੰ ਵੀ ਸਰਕਾਰ ਨਾ ਲਵੇ, ਬਲਕਿ ਇਸ ਪਰਿਵਾਰ ਨੂੰ ਹੀ ਦੇ ਕੇ ਰੱਖੇ, ਤਾਂ ਕਿ ਆਪਣੇ ਜਿਸ ਤਰੀਕੇ ਦੇ ਹਾਲਾਤਾਂ 'ਚ ਇਹ ਰਹਿ ਰਿਹਾ, ਤਾਂ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਮਦਦ ਕਰਨੀ ਚਾਹੀਦੀ, ਕਿਉਂਕਿ ਬੱਚੀਆਂ ਵੱਡੀਆਂ ਹੋ ਰਹੀਆਂ, ਬੱਚਿਆਂ ਦੇ ਪੜ੍ਹਾਈ ਦਾ ਖਰਚਾ। ਤੇ ਕੁਲਵਿੰਦਰ ਕੌਰ ਨੇ ਕਿਤੇ ਨਾ ਕਿਤੇ ਹਿੰਮਤ ਨਾ ਹਾਰ ਕੇ ਇੱਕ ਚੰਗਾ ਸੰਦੇਸ਼ ਦਿੱਤਾ ਕਿ ਹਾਲਤ ਜਿਹੋ ਜਿਹੇ ਵੀ ਹੋਣ, ਸਾਨੂੰ ਹਰ ਤਰ੍ਹਾਂ ਦੇ ਹਾਲਤ ਨਾਲ ਨਿਪਟਣ ਲਈ ਤਿਆਰ ਰਹਿਣਾ ਚਾਹੀਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਇਸ ਪਰਿਵਾਰ ਦੀ ਸਰਕਾਰ ਮਦਦ ਕਰਦੀ ਹੈ। ਕੈਮਰਾਮੈਨ ਸਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।